Students, last time we studied general mechanism for electrophilic substitution of aromatic compounds of benzene specifically. तो ਉਹਦੇ 'ਚ ਬੇਟੇ 3 ਸਟੈਪ ਹੁੰਦੇ ਸੀ, ਜਨਰੇਸ਼ਨ ਆਫ ਇਲੈਕਟ੍ਰੋਫਾਈਲ, ਫਾਰਮੇਸ਼ਨ ਆਫ ਕਾਰਬੋਕੇਟਾਈਨ ਐਂਡ elimination of the proton ਜਾਂ abstraction of the proton. 3 ਸਟੈਪ ਸੀ. ਸੋ ਅੱਗੇ ਜਿਹੜੀਆਂ ਰਿਐਕਸ਼ਨਸ ਜਿਹੜੀਆਂ ਵੀ ਦੇਣੀਆਂ ਆਪਾਂ ਬੈਂਜ਼ੀਨ ਦੀਆਂ 1 by 1 ਟੇਕ ਅਪ ਕਰਾਂਗੇ and we'll see the same steps being followed. First such reaction is halogenation. So halogenation is when benzene is made to react with Cl2, then in presence of some Lewis acid like FeCl3. One of the positions is substituted by one Cl atom. The HCl is given out. Chlorobenzene बन जाती है. So जो इहदा आपां रिएक्शन मैकेनिज्म दिखावांगे. FeCl3 acts as a catalyst. तो इहदा की काम है कि Cl पॉजिटिव ਦੀ ਫਾਰਮ ਦੇ ਵਿੱਚ ਪ੍ਰੋਡਿਊਸ ਕਰਨਾ, ਅਦਰਵਾਈਜ਼ ਤਾਂ Cl ਨੂੰ ਅਸੀਂ ਕਰਾਂਗੇ ਤਾਂ ਹੋਮੋਲਿਟਿਕ ਫਿਸ਼ਨ ਹੋਣੀ ਹੈ. ਸੋ FeCl3 ਇਜ਼ ਇਟ ਹੈਜ਼ ਸ਼ਾਰਟੇਜ ਆਫ ਇਲੈਕਟ੍ਰੋਨਸ, ਲੂਇਸ ਐਸਿਡ ਦੀ ਤਰ੍ਹਾਂ ਐਕਟ ਕਰਦਾ ਹੈ. ਸੋ ਇਟ ਬਾਈਂਡਸ Cl2 ਟੂ ਦ ਆਇਰਨ ਐਟਮ, ਤਾਂ ਜਿਹੜਾ ਨੇੜੇ ਆ ਜਾਂਦਾ ਹੈ ਉਹਦੇ 'ਤੇ ਹੋ ਜਾਂਦੇ ਇਲੈਕਟ੍ਰੋਨਸ ਆ ਜਾਂਦੇ ਆ, ਦੂਰ ਵਾਲਾ ਜਿਹੜਾ ਉਹ ਵਿਦਆਊਟ ਇਲੈਕਟ੍ਰੋਨਸ, ਉਹ 'ਤੇ ਪਾਰਸ਼ੀਅਲ ਪੋਜ਼ੀਟਿਵ ਚਾਰਜ ਹੋ ਜਾਂਦਾ ਹੈ, ਅਤੇ ਇਹ 'ਤੇ ਸ਼ੁਰੂ 'ਚ ਪਾਰਸ਼ੀਅਲ ਨੈਗੇਟਿਵ ਚਾਰਜ ਹੁੰਦਾ ਹੈ. ਫਾਈਨਲੀ Cl ਪੋਜ਼ੀਟਿਵ ਬਣ ਜਾਂਦਾ ਹੈ which attacks the benzene ring. है ना, आ दिखाया हुआ अटैक होंदा है कि when it comes close to the complex formed FeCl3Cl2, it comes in contact with benzene, ਤਾਂ benzene Cl positive ਨੂੰ ਅਟੈਕ ਕਰਦੀ ਹੈ, ਤਾਂ ਆ ਫਰਦਰ ਟੁੱਟ ਜਾਂਦਾ, FeCl4 ਨੈਗੇਟਿਵ ਬਣ ਜਾਂਦਾ ਹੈ. This is the slow step. This carbocation is formed. Ortho position ਤੇ positive charge ਆ ਜਾਂਦਾ ਹੈ. ਫਿਰ resonating structures ਬਣਾਉਂਗੇ. It's being shifted to para position. Then it is shifted to the ortho position. Steps ਸਾਰੇ same ਨੇ ਜਿਵੇਂ ਪਹਿਲੀ ਵਾਰੀ ਆਪਾਂ ਕੀਤੇ. Then in the last step, abstraction of proton from carbocation. ਅੱਛਾ, ਆ ਰੈਜ਼ੋਨੈਂਸ ਵਾਲਾ ਵੀ ਬੇਟਾ ਇਹਦਾ ਲਿਖ ਲਿਆ ਹੈ ਨਾ, ਕਿਉਂਕਿ 5 ਕਾਰਬਨ ਸਹੀ ਆਉਂਦਾ, ਇਸ ਲਈ ਆਪਾਂ ਅੱਧਾ ਚੱਕਰ ਆ 5 ਦੇ ਤੱਕ ਹੀ ਬਣਾ ਕੇ ਇਹਨੂੰ ਛੱਡਦਾ ਹੋਇਆ ਕਾਰਬੋਕੇਟਾਈਨ. Then the last step, FeCl4 negative, it abstracts hydrogen, it withdraws hydrogen from this, and electrons of hydrogen go to the carbon of the benzene ring. This is first step. The chlorobenzene is formed, FeCl3 is given out and HCl is given out. Second step is nitration. Nitration ਦੇ ਵਿੱਚ ਬੇਟਾ HNO3 ਨਾਲ ਰਿਐਕਸ਼ਨ ਹੁੰਦੀ ਹੈ in presence of sulfuric acid. ਅਸੀਂ ਅੱਗੇ ਦੇਖਾਂਗੇ ਨਾਈਟ੍ਰੋਬੈਂਜ਼ੀਨ ਬਣਦੀ ਹੈ. ਸਲਫਿਊਰਿਕ ਐਸਿਡ ਦਾ ਕੁਛ ਕੰਮ ਹੈ, ਤਾਂ ਹੀ ਇਹਨੂੰ ਇੱਥੇ ਲਿਖਿਆ ਹੋਇਆ ਐਰੋ 'ਤੇ. ਸੋ ਕੀ ਕੰਮ ਹੈ? This is used for generation of electrophile. HNO2 ਦੇ ਵਿੱਚ H2SO4 ਨੇ ਕੀ ਕਰਨਾ ਹੈ ਕਿ ਇਟ ਗਿਵਸ H ਪੋਜ਼ੀਟਿਵ ਟੂ, ਇੱਥੇ ਇਹਨੂੰ ਇੱਕ ਹਾਈਡਰੋਜਨ ਦੇ ਦਿੰਦਾ ਹੈ, ਤਾਂ ਕੀ ਬਣ ਜਾਂਦਾ ਹੈ? ਜਦੋਂ ਹਾਈਡਰੋਜਨ ਦੇ ਕੇ ਵਾਟਰ ਟੁੱਟ ਜਾਂਦਾ, ਨਾਲ NO2 ਪੋਜ਼ੀਟਿਵ ਬਣ ਜਾਂਦਾ ਹੈ. ਵੀ ਰਿਕੁਆਇਰ ਦਿਸ. ਸੋ ਹਾਈਡਰੋਜਨ ਦੇ ਕੇ ਵਾਟਰ ਲੱਗ ਹੋ ਗਿਆ, NO2 ਪੋਜ਼ੀਟਿਵ ਇਜ਼ ਫਾਰਮਡ, ਕਿਉਂਕਿ ਜਦੋਂ ਅਸੀਂ ਇਹਨੂੰ ਹਾਈਡਰੋਜਨ ਇੱਥੇ ਲੱਗਿਆ ਦਿਖਾਵਾਂਗੇ, ਇਹਦੇ ਇਲੈਕਟ੍ਰੋਨਸ ਇੱਧਰ ਸ਼ਿਫਟ ਕਰੋਗੇ ਕਿਉਂਕਿ ਪੋਜ਼ੀਟਿਵ ਚਾਰਜ ਆ ਗਿਆ ਆਕਸੀਜਨ 'ਤੇ, ਅਤੇ ਇਸ ਲਈ NO2 ਪੋਜ਼ੀਟਿਵ ਵਿਲ ਬੀ ਫਾਰਮਡ, ਅਤੇ ਨਾਲ ਹੀ HSO4 ਸਲਫਿਊਰਿਕ ਐਸਿਡ ਜਿਹਨੇ H ਪੋਜ਼ੀਟਿਵ ਦਿੱਤਾ ਸੀ, HSO4 ਤਾਂ ਨਾਲ ਬਣੂਗੇ. ਦੈਨ ਸੈਕਿੰਡ ਸਟੈਪ ਇਜ਼ ਫਾਰਮੇਸ਼ਨ ਆਫ ਕਾਰਬੋਕੇਟਾਈਨ. ਹੁਣ ਇਲੈਕਟ੍ਰੋਫਾਈਲ ਸਾਡਾ ਹੈਗਾ NO2 ਪੋਜ਼ੀਟਿਵ. ਸੋ ਅੱਗੇ ਦੀ ਤਰ੍ਹਾਂ ਹੀ ਇਲੈਕਟ੍ਰੋਨਸ ਇੱਕ ਕਾਰਬਨ 'ਤੇ ਜਾਣਗੇ, ਫਿਰ ਇਹ ਕਾਰਬਨ ਹੈ ਜਿਹੜੀ NO2 ਨੂੰ ਅਟਰੈਕਟ ਕਰੂਗੀ, ਅਤੇ ਨਾਲ ਵਾਲੀ ਕਾਰਬਨ 'ਤੇ ਪੋਜ਼ੀਟਿਵ ਚਾਰਜ ਆ ਜਾਊਗਾ ਔਰਥ ਪੋਜੀਸ਼ਨ 'ਤੇ. ਸੋ ਦਿਸ ਇਜ਼ ਸਲੋ ਸਟੈਪ. NO2 ਇਜ਼, ਕਿਉਂਕਿ ਜੇ ਪਹਿਲਾਂ ਚਾਰਜ ਹੋਵੇ ਫਿਰ ਇੱਥੇ ਚਾਰਜ ਨਹੀਂ ਆਊਗਾ, ਹੈ ਨਾ, ਕਿਉਂਕਿ ਨੈਗੇਟਿਵ 'ਤੇ ਲੱਗੀ ਹੈ ਅਤੇ ਨੈਗੇਟਿਵ ਪੋਜ਼ੀਟਿਵ ਨਿਊਟਰਲਾਈਜ਼ ਹੋ ਗਏ ਹੋਏ ਆ. ਫਿਰ ਇਹਦੀਆਂ ਰੈਜ਼ੋਨੇਟਿੰਗ ਸਟਰਕਚਰ ਉਸ ਤਰ੍ਹਾਂ ਹੀ ਬਣਾ ਦੇਵਾਂਗੇ ਜਿਵੇਂ ਆਪਾਂ ਜਨਰਲ ਦੇ ਵਿੱਚ ਬਣਾਈਆਂ ਸੀਗੀਆਂ. ਇੱਥੇ ਪੋਜ਼ੀਟਿਵ ਆ ਗਿਆ, ਅਗਲੀ ਵਾਰੀ ਇਹਨੂੰ ਸ਼ਿਫਟ ਕੀਤਾ ਤਾਂ ਇੱਥੇ ਪੋਜ਼ੀਟਿਵ ਚਾਰਜ ਆ ਜਾਊਗਾ. So we can write 3 such resonating structures, and finally the 3 structures can be written by this general structure. Okay, then the last step is abstraction of proton from the carbocation. ਹੁਣ ਬੇਟੇ ਇਹਦੇ 'ਚ ਵਾਟਰ ਬਣਿਆ ਸੀਗਾ, ਨਿਊਟਰਲ ਸੀ ਉਹ ਤਾਂ, ਹੈ ਨਾ, ਉਹ ਤਾਂ ਪ੍ਰੋਟੋਨ ਨਹੀਂ ਲੈ ਸਕਦਾ, ਅਤੇ ਇੱਕ HSO4 ਨੈਗੇਟਿਵ ਬਣਿਆ ਸੀ. ਸੋ HSO4 ਨੈਗੇਟਿਵ withdraws this proton, and this proton gives its ਸ਼ੇਅਰ ਪੇਅਰ ਆਫ ਇਲੈਕਟ੍ਰੋਨਸ ਟੂ ਦ ਕਾਰਬਨ, ਜਿਵੇਂ ਪਹਿਲਾਂ ਸੀ, ਤਾਂ ਹੀ ਇਹ 'ਤੇ ਹਾਈਡਰੋਜਨ ਚਲੀ ਜਾਂਦੀ ਹੈ, ਅਤੇ ਜਿਹੜਾ ਪੋਜ਼ੀਟਿਵ ਚਾਰਜ ਹੈ ਇਸ ਇਲੈਕਟ੍ਰੋਨ ਕਰਕੇ ਨਿਊਟਰਲਾਈਜ਼ ਹੋ ਜਾਂਦਾ ਹੈ. ਐਂਡ ਵੀ ਗੈਟ ਨਾਈਟ੍ਰੋਬੈਂਜ਼ੀਨ, ਐਂਡ ਦਿਸ ਇਜ਼ ਦਾ ਫਾਸਟ ਸਟੈਪ. ਸੈਕਿੰਡ ਸਟੈਪ ਨੂੰ ਜਿੱਥੇ ਕਾਰਬੋਕੇਟਾਈਨ ਬਣਦਾ ਹੈ ਉਹਨੂੰ ਸਲੋ ਸਟੈਪ ਦਿਖਾਉਣਾ ਹੈ,
ਤੇ ਲਾਸਟ ਵਾਲੇ ਸਟੈਪ ਨੂੰ ਫਾਸਟ ਸਟੈਪ ਦਿਖਾਉਣਾ ਤੇ ਨਾਲ H2SO4 ਬਣ ਗਿਆ ਹੋਇਆ। ਮੈਕੈਨਿਜ਼ਮ ਇਜ਼ ਅਗਲਾ ਬੇਟਾ ਸਲਫੋਨੇਸ਼ਨ ਵਾਲਾ ਸੀ, ਉਹਦਾ ਹੈਡਿੰਗ ਕਿਤੇ ਕੱਟਿਆ ਗਿਆ ਹੋਇਆ। ਸਲਫੋਨੇਸ਼ਨ ਨੈਕਸਟ ਜਿਹੜਾ ਰਿਐਕਸ਼ਨ ਹੈ ਇਹ ਬੇਟਾ ਹੁੰਦਾ ਹੈ ਇਨ ਪ੍ਰੈਜ਼ੈਂਸ ਆਫ ਸਲਫਿਊਰਿਕ ਐਸਿਡ। ਸੋ ਜਨਰੇਸ਼ਨ ਆਫ ਇਲੈਕਟ੍ਰੋਫਾਈਲਸ ਦਿਖਾਏ ਹੋਏ ਦੋ ਮੋਲੀਕਿਊਲਸ H2SO4 ਦੇ, ਇੱਕ ਨੂੰ ਇਸ ਤਰ੍ਹਾਂ ਸਪਲਿਟ ਕਰਕੇ ਦਿਖਾਇਆ ਹੋਇਆ, ਮਤਲਬ ਇੱਕ H2SO4 ਦੇ ਵਿੱਚੋਂ ਵਾਟਰ ਨਿਕਲ ਗਿਆ ਤੇ SO3 ਬਣ ਗਿਆ ਹੈ ਨਾ, ਤੇ one ਹਾਈਡਰੋਜਨ ਗੋਜ਼ ਫਰੋਮ ਦਿਸ, ਇਹਦੇ ਵੀ ਇੱਕ ਹਾਈਡਰੋਜਨ ਇੱਥੇ ਜਾਊਗੀ, ਆਹ ਤਾਂ ਵਾਟਰ ਬਣ ਗਿਆ ਤੇ H ਇਹਦੇ ਨਾਲ ਲਾ ਕੇ H3O ਪੋਜ਼ਿਟਿਵ ਬਣ ਗਿਆ ਤੇ SO3 ਨਿਊਟਰਲ ਬਣ ਗਿਆ ਤੇ HSO4 ਨੈਗੇਟਿਵ ਹੋ ਗਿਆ। ਸੋ these 3 ions are formed, ਜਿਹਦੇ ਚੋਂ ਇਲੈਕਟ੍ਰੋਫਾਈਲ ਆਹੀ ਹੈ ਨਾ। ਸੋ ਇਹਦੇ 'ਚ H3O ਪੋਜ਼ਿਟਿਵ ਨੂੰ ਨਹੀਂ ਉੱਥੇ ਅਟੈਚ ਕਰਕੇ ਦਿਖਾਉਣਾ। benzene ring again electron pair shifted to this carbon and this carbon attracts SO3 neutral। ਹੁਣ ਬੇਟਾ ਇੱਥੇ ਜਦੋਂ ਨੈਗੇਟਿਵ ਵਾਲੇ 'ਤੇ ਲੱਗੂਗੀ ਨਾ, ਜਿੱਥੇ ਇਲੈਕਟ੍ਰੋਨ ਪੇਅਰ ਆਊਗਾ ਇੱਥੇ ਨੈਗੇਟਿਵ ਚਾਰਜ ਹੋਊਗਾ, ਪਾਰਸ਼ੀਅਲ ਨੈਗੇਟਿਵ ਚਾਰਜ, SO3 ਇੱਥੇ ਲੱਗਿਆ ਤੇ ਇਹ 'ਤੇ ਨੈਗੇਟਿਵ ਚਾਰਜ ਆਊਗਾ। ਸੋ ਦਿਸ ਇਜ਼ ਸਲੋ ਰਿਐਕਸ਼ਨ। SO3 ਤੇ ਨੈਗੇਟਿਵ ਆ ਗਿਆ, ਨਾਲ ਹਾਈਡਰੋਜਨ ਵੀ ਉਸ ਤਰ੍ਹਾਂ ਹੀ ਦਿਖਾਉਣੀ ਹੈ। ਫਿਰ ਔਰਥੋ 'ਤੇ ਆ ਗਿਆ ਪੋਜ਼ੀਟਿਵ ਚਾਰਜ, ਇਹਨੂੰ ਤੁਸੀਂ ਰੋਟੇਟ ਕਰਕੇ 3 ਇਸ ਤਰ੍ਹਾਂ ਦੀਆਂ ਸਟਰਕਚਰਸ ਬਣਾਉਣੀਆਂ, 2 ਔਰਥੋ 'ਤੇ ਤੇ ਇੱਕ ਪੈਰਾ 'ਤੇ ਪੋਜ਼ਿਟਿਵ ਚਾਰਜ ਆਉਂਦਾ, ਐਂਡ ਦਿਸ ਇਜ਼ ਰਿਪਰੈਜ਼ੈਂਟਡ ਬਾਈ ਦਿਸ ਜਨਰਲ ਫਾਰਮੂਲਾ। ਦੈਨ ਇਨ ਦ ਨੈਕਸਟ ਸਟੈਪ HSO4 will withdraw H, क्योंकि H3O पॉजिटिव तो नहीं ना कर सकता, तो पहले पॉजिटिव चार्ज है। सो HSO4 will withdraw this hydrogen, this proton, तो ये इलैक्ट्रॉन पेयर वापस इत्थे चला गया तो बेंजीन रिंग का पॉजिटिव चार्ज न्यूट्रलाइज हो गया, पर SO3 ते नैगेटिव चार्ज है। हुण इहनूं न्यूट्रलाइज करन लई एक स्टैप एक्सट्रा सानूं लिखना पैना, बाकियां च आपां 3 स्टैप लिखते हैं। तो ये की है कि H3O पॉजिटिव एक हाइड्रोजन आपकी इत्थे दे दूगा इनू। रिएक्शन बिटवीन सल्फोनिक एसिड आयन एंड हाइड्रोनियम आयन टू यील्ड द फाइनल प्रोडक्ट। अच्छा SO3 नैगेटिव, H3O पॉजिटिव, डबल हैडेड एरो वाली लिख दियो तुसी रिएक्शनस है ना, फास्ट है लास्ट स्टैप है जिहड़ा, अदरवाइज रिएक्शन वाली आ भी देखो डबल हैडेड एरो, ਇਹਦੇ 'ਚ ਵੀ ਡਬਲ ਹੈਡਡ ਐਰੋ, ਇਹ 'ਚ ਵੀ ਡਬਲ, ਜਿਹੜੀਆਂ ਐਸਿਡ ਕੈਟਾਲਾਈਜ਼ਡ ਰਿਐਕਸ਼ਨਸ ਹੁੰਦੀਆਂ ਦੇ ਆਰ ਰਿਟਨ ਐਜ਼ ਡਬਲ ਹੈਡਡ ਐਰੋ। ਅੱਛਾ ਹੁਣ H ਆ ਗਿਆ ਇੱਥੇ ਇਸ ਕੇਸ ਦੇ ਵਿੱਚ, H ਗਿਵਨ ਬਾਈ H3 ਪੋਜ਼ਿਟਿਵ, ਇਹ H2O ਰਹਿ ਗਿਆ। ਸੋ ਦਿਸ ਇਜ਼ ਸਲਫੋਨਿਕ ਐਸਿਡ ਇਜ਼ ਫਾਰਮਡ। ਤੇ ਨੈਕਸਟ ਰਿਐਕਸ਼ਨ ਇਜ਼ ਫਰੀਡਲ ਕਰਾਫਟਸ ਐਲਕਾਈਲੇਸ਼ਨ। CH3Cl ਨਾਲ ਰਿਐਕਸ਼ਨ ਹੈ ਵਿਦ ਐਨਹਾਈਡਰਸ AlCl3। ਇਹ ਐਨਹਾਈਡਰਸ AlCl3 ਦਾ ਕੀ ਕੰਮ ਹੈ ਇੱਥੇ, टू विदड्रॉ Cl, ताकि CH3 पॉजिटिव आयन है जोड़ा वो बन सके। सो CH3 गोज़ ऑन बेंजीन रिंग, टॉलिन बन गई एंड HCl इज़ फॉर्म्ड। फिर मैकेनिज्म आ गया, फर्स्ट स्टेप इज जनरेशन ऑफ इलैक्ट्रोफाइल, RCl AlCl3, Cl गया विद AlCl3 एंड R पॉजिटिव इज़ फॉर्म्ड। तो फिर बेटा रिएक्शन जी अटैक होना R पॉजिटिव का, फॉर्मेशन ऑफ कार्बोकेटाइन, दिस इज स्लो स्टैप। ਹੁਣ ਇੱਥੇ ਐਸਿਡ ਨਹੀਂ ਹੈ, ਡਬਲ ਹੈਡਡ ਆਪਾਂ ਐਰੋ ਨਹੀਂ ਪਾਇਆ, ਅੱਗੇ ਦੀ ਤਰ੍ਹਾਂ ਹੀ R ਚਲਾ ਗਿਆ, ਇੱਕ H ਲਿਖ ਲਿਆ, R ਲਿਖ ਲਿਆ, ਨੇਬਰਿੰਗ ਪੋਜੀਸ਼ਨ ਔਰਥੋ ਤੇ ਪੋਜ਼ਿਟਿਵ ਚਾਰਜ, ਪੈਰਾ ਤੇ ਪੋਜ਼ਿਟਿਵ ਚਾਰਜ, ਅਗਲੀ ਔਰਥੋ ਤੇ, ਐਂਡ ਦਿਸ ਇਜ਼ ਜਨਰਲ ਰਿਪਰੈਜ਼ੈਂਟੇਸ਼ਨ ਆਫ ਦ ਕਾਰਬੋਕੇਟਾਈਨ। ਦੈਨ ਇਨ ਦ ਲਾਸਟ ਸਟੈਪ AlCl4 ਨੈਗੇਟਿਵ ਫਾਰਮਡ, ਇਟ ਵਿਲ ਵਿਦਡਰੋ ਹਾਈਡਰੋਜਨ ਫਰੋਮ ਦਿਸ, क्योंकि इतने नेगेटिव चार्ज है, पॉजिटिव ਨੂੰ विदड्रॉ करना है, एंड दिस पेयर ऑफ इलैक्ट्रॉन्स इज गिवन टू द रिंग, ते रिंग ते R ग्रुप असी दिखाता हुआ HCl एंड AlCl3 इज फॉर्मड। ओके अच्छा हुण उपरले नूं बटे इस तरह कोई ज़रूरी नहीं, ही सैड कि इस तरह भी दिखा सकते हैं कि पहला ही आयोनाइज होने की बजाय वी कैन शो दिस इन दिस फॉर्म RCl AlCl3, इस तरह डॉटर लाइन नाल लिंकेज दिखा के फिर इनू असीं बाद च तोड़े जो रिएक्ट करते हैं विद बेंजीन, उदों इहदी लिंकेज इत्थों तोड़ दिंदे हैं फ्रॉम हीयर। R पॉजिटिव इत्थे आ गया, AlCl4 नैगेटिव उत्थे आ गया, वन एंड द सेम थिंग जिवें पहलां लिखे उस तरह लिख लिया। दैन इज फ्रीडल क्राफ्ट्स एसाइलेशन। एसाइलेशन दे विच सिर्फ ये है कि R की थां ते RCO ग्रुप हुंदा इत्थे है ना, एक CO ओ एल्काइलेशन सी जिहदे च RCOCl है, ये RCO ग्रुप हो जाता, एसाइल ग्रुप कहते हैं है ना। ओके बेंजीन प्लस एसिटाइल क्लोराइड
it will form COR group ਇੱਥੇ ਲੱਗ ਗਿਆ ਐਸੀਟੋਫਿਨੋਨ। ਸੋ ਆ ਐਸੀਟੋ ਗਰੁੱਪ ਆ CH3CO ਆ ਜਿਹੜਾ, ਤੇ ਇਹਨੂੰ ਐਸੀਟੋਫਿਨੋਨ ਆ ਕਾਮਨ ਨੇਮ ਇਸ ਕੰਪਾਊਂਡ ਦਾ। ਓਕੇ, ਪਹਿਲਾ ਸਟੈਪ ਹੈ ਜਨਰੇਸ਼ਨ ਆਫ ਇਲੈਕਟ੍ਰੋਫਾਈਲ RCOCl ACl3, ਇਹਨੇ Cl ਵਿਦਡ੍ਰॉ ਕਰ ਲਿਆ ਤਾਂ RCO ਪੋਜ਼ਿਟਿਵ ਇਸਾਈਲ ਕੇਟਾਇਨ ਬਣ ਜਾਣਾ ਤੇ AlCl4 ਨੈਗੇਟਿਵ। ਅਗਲੇ ਸਟੈਪਸ benzene is attacked by this positively charged RCO ਪੋਜ਼ਿਟਿਵ ਕੇਟਾਇਨ ਹੈ ਜਿਹੜਾ। ਸੋ ਇੱਕ ਪੋਜੀਸ਼ਨ ਤੇ ਲਾਤਾ ਹਾਈਡਰੋਜਨ ਦੇ ਨਾਲ, ਔਰਥੋ ਪੋਜੀਸ਼ਨ ਤੇ, ਪੈਰਾ ਤੇ ਫਿਰ ਔਰਥੋ ਤੇ ਲਿਆ ਕੇ ਤੁਸੀਂ 3 ਕਾਰਬੋਕੇਟਾਇਨਸ ਦਿਖਾਏ ਤੇ ਆ ਹੋ ਗਈ ਜਨਰਲ ਰਿਪਰੈਜ਼ੈਂਟੇਸ਼ਨ ਵਿਦ ਪੋਜ਼ਿਟਿਵ ਚਾਰਜ ਔਨ ਬੈਂਜ਼ੀਨ ਰਿੰਗ। then the last step is abstraction of proton from the carbocation to complete the reaction. so ਇਹਦੇ ਵਿੱਚ ਕੀ ਕਰਨਾ, AlCl4 withdraws hydrogen, electron pair of carbon hydrogen goes back to benzene ring ਤਾਂ ਆ ਬਣ ਗਿਆ mono substituted ethyl ਵਾਲਾ ਗਰੁੱਪ ਉੱਥੇ ਲੱਗ ਗਿਆ ਹੋਇਆ। then comes mercuration. mercuration ਦੇ ਵਿੱਚ benzene reacted with mercuric acetate CH3COO ਗਰੁੱਪ ਹੈ, ਇਹਨੂੰ ਐਸੀਟੇਟ ਗਰੁੱਪ ਕਹਿੰਦੇ ਹੋ। ਮਰਕਰੀ ਦੀ 2 ਹੈਗੀ ਹੈ ਵੈਲੈਂਸੀ, ਇਸ ਲਈ ਇੱਥੇ 2 ਗਰੁੱਪਸ ਲਾਤੇ ਹੋਏ ਆ CH3COO ਦੇ। ਮਰਕਿਊਰਿਕ ਐਸੀਟੇਟ, ਮਰਕਿਊਰਿਕ ਦੀ ਵੈਲੈਂਸੀ 2 ਹੁੰਦੀ ਹੈ, ਮਰਕਿਊਰਿਸ ਦੀ 1 ਹੁੰਦੀ ਹੈ, ਦਿਸ ਇਜ਼ ਮਰਕਿਊਰਿਕ। ਓਕੇ, ਦੈਨ ਵਨ ਆਫ ਦ ਗਰੁੱਪਸ ਇਜ਼ ਗਿਵਨ ਆਊਟ CH3CO, ਇੱਕ ਨਿਕਲ ਜੋ, ਇੱਕ ਮਰਕਰੀ ਨਾਲ ਰਹਿ ਜੂ ਤੇ ਉਹ ਇੱਥੇ ਲੱਗ ਗਿਆ ਹੋਇਆ HgOCOCH3। ਮੈਕੈਨਿਜ਼ਮ ਇਜ਼ ਫਸਟ ਇਜ਼ ਜਨਰੇਸ਼ਨ ਆਫ ਇਲੈਕਟ੍ਰੋਫਾਈਲ, ਇੱਕ ਗਰੁੱਪ ਚਲਿਆ ਗਿਆ OAC ਵਾਲਾ ਨੈਗੇਟਿਵ, Hg ਤੇ ਪੋਜ਼ਿਟਿਵ ਆ ਗਿਆ, ਨੈਚੁਰਲੀ 2 ਗਰੁੱਪ ਬਣ ਗਏ, ਇੱਕ ਪੋਜ਼ਿਟਿਵ ਨਿਊਟਰਲ ਤੇ ਇੱਕ ਨੈਗੇਟਿਵ ਵਾਲਾ HgOAC। CH3CO ਨੂੰ AC ਨਾਲ ਰਿਪਰੈਜ਼ੈਂਟ ਕਰ ਰਿਹਾ ਤਾਂ ਕਿ ਲਿਖਣ 'ਚ ਆਸਾਨੀ ਹੋਵੇ। ਦੈਨ ਇੱਕ ਪੋਜੀਸ਼ਨ ਤੇ ਅੱਗੇ ਦੀ ਤਰ੍ਹਾਂ ਹੀ ਜਿੱਥੇ ਇਲੈਕਟ੍ਰੋਨ ਇਕੱਠੇ ਹੋਣਗੇ ਉੱਥੇ Hg ਪੋਜ਼ਿਟਿਵ OAC ਵਾਲਾ ਗਰੁੱਪ ਅਟੈਕ ਕਰ ਦੂਗਾ। ਐਂਡ ਦੈਨ ਯੂ ਵਿਲ ਰਾਈਟ 3 such structures ਜਿਵੇਂ ਪਹਿਲਾਂ ਲਿਖਦੇ ਹੋ। ਦੈਨ ਜਨਰਲ ਰਿਪਰੈਜ਼ੈਂਟੇਸ਼ਨ, ਦੈਨ abstraction of proton from the carbocation, OAC ਹੈ ਜਿਹੜਾ ਨੈਗੇਟਿਵ ਵਾਲਾ ਬਣਿਆ ਸੀ ਉਹਨੇ ਹਾਈਡਰੋਜਨ ਵਿਦਡ੍ਰॉ ਕਰ ਲਿਆ ਹੋਇਆ ਐਂਡ ਵੀ ਗੋਟ ਦਿਸ ਆਕਸੀ ਮਰਕਿਊਰਿਕ ਸਾਲਟ ਉਹਦਾ ਬਣ ਗਿਆ ਹੋਇਆ। ਅੱਛਾ, ਹੁਣ ਹੋ ਗਿਆ। ਸੋ ਥੀਸ ਆਰ ਦ ਰਿਐਕਸ਼ਨਸ, ਜਨਰਲ ਰਿਐਕਸ਼ਨਸ। ਕੈਟਾਲਿਸਟ ਦਾ ਤੁਹਾਡੇ ਦਿੱਤਾ ਹੋਇਆ ਬੁੱਕ 'ਚ, ਟਰਾਈ ਟੂ ਰੀਡ ਦੈਟ ਕਿ ਕੀ ਅਸਰ ਹੁੰਦਾ ਕੈਟਾਲਿਸਟ ਦਾ, ਵਾਈ ਵੀ ਯੂਜ਼ ਕੈਟਾਲਿਸਟ।